सत श्री अकाल, तुसी देख रहे हो फास्टवे अमृतसर खबरनामा। मैं देविका जैन ते हुण सब तो पहला एक नज़र अज के बुलेटिन दी मुख्य खबरां वाल। सांसद गुरजीत सिंह औजला ने यूक्रेन ते पोलैंड के बॉर्डर ते भारतीय विद्यार्थियों नाल कीती मीटिंग। वोटां की गिनती नूं लैके गिनती केंद्रां ते कीते गए हन कड़े सुरक्षा प्रबंध, आख्या पुलिस कमिश्नर डॉक्टर सुखचैन सिंह गिल ने। दस मार्च नूं होण वाली वोटां की गिनती नूं लैके प्रबंध मुकम्मल, आख्या आरओ कम एसडीएम अमृतसर 2 राजेश शर्मा ने। ਅਤੇ ਹੁਣ ਖਬਰਾਂ ਵਿਸਤਾਰ ਨਾਲ। ਰੂਸ ਅਤੇ ਯੂਕਰੇਨ ਵਿੱਚ ਹੋ ਰਹੇ ਜੰਗ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ ਇਸ ਵੇਲੇ ਪੋਲੈਂਡ ਵਿੱਚ ਹਨ। ਸਰਦਾਰ ਔਜਲਾ ਨੇ ਯੂਕਰੇਨ ਅਤੇ ਪੋਲੈਂਡ ਦੇ ਬਾਰਡਰ ਤੇ ਯੂਕਰੇਨ ਤੋਂ ਆਏ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ। ਉਹਨਾਂ ਆਖਿਆ ਕਿ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਹ ਬੁੱਧਾ ਮਾਇਰ ਕੈਂਪ ਹੈ ਜਿਹੜਾ ਪੋਲੈਂਡ ਦੇ ਤੇ ਯੂਕਰੇਨ ਦੇ ਬਾਰਡਰ ਦੇ ਉੱਤੇ ਲੱਗਾ ਹੈ। ਇਸ ਕੈਂਪ ਦੇ ਵਿੱਚ ਸਾਰੇ ਇੱਥੇ ਆਉਂਦੇ ਨੇ। ਇੱਥੇ ਕੈਂਪ ਦੇ ਵਿੱਚ ਸਾਰਿਆਂ ਨੂੰ ਖਵਾਇਆ ਪਿਆ ਜਾਂਦਾ ਆ। ਇੱਥੋਂ ਮੁੜ ਕੇ ਫਿਰ ਰਿਫਰੈਸ਼ਮੈਂਟ ਦੇ ਕੇ ਸਾਰਿਆਂ ਨੂੰ ਤੇ ਭੇਜ ਦਿੱਤਾ ਜਾਂਦਾ ਅੱਗੇ। ਔਰ ਸਾਰੇ ਜਿੰਨੇ ਵੀ ਆਪਣੇ ਉਧਰੋਂ ਲੋਕ ਆਉਂਦੇ ਨੇ और मैं भी इत्थे अपनी सेवा जिन्नी कोई वो भी कर रहे हैं, नाल दी नाल लोगों को रिसीव कर रहे हैं। अज हरजोत जिन्हें एक गोली लगी है उन्हें भी उन्होंने भी बार्डर क्रॉस होना है, उन्होंने रिसीव करांगे। जिहड़े बच्चे खारकीव तो आ रहे, क्योंकि कुछ बच्चे खारकीव के रह गए ने, कुछ बच्चे जिहड़े नवें होर दसे जा रहे, जिहड़े सानूं कहा जा रहा वो एम्बैसी के लोग भी इत्थे हैगे ने, उन्होंने भी रिसीव किया जाऊगा। सो ये जगह आ मेन जिथों तुसीं देख सकते जी। ਇਹ ਬੈਕ ਸਾਈਡ, ਇਹ ਜਿਹੜੀ ਸਾਈਡ ਆ ਇਹ ਯੂਕਰੇਨ ਤੁਹਾਨੂੰ ਦਿਖ ਰਿਹਾ ਪਿਛਲੀ ਸਾਈਡ ਤੋਂ। ਉਹ ਜਿਹੜੇ ਰੁੱਖ ਨੇ ਯੂਕਰੇਨ 'ਚ ਨੇ, ਉਰਲੀ ਸਾਈਡ ਪੋਲੈਂਡ ਹੈ। ਇਹ ਬੁੱਧਾ ਮਾਇਰ ਬਾਰਡਰ ਹੈ, ਉੱਥੇ ਖੜੇ ਆ। ਚਲੋ ਔਖਾ ਸਮਾਂ ਆ, ਸਾਰਿਆਂ ਦਾ ਲੰਘ ਜਾਣਾ। ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਜਿੰਨੀ ਕੋਸ਼ਿਸ਼ ਹੋਈ ਆ ਅਸੀਂ ਵੀ ਕੀਤੀ ਆ, ਸਭਨਾਂ ਨੇ ਕੀਤੀ। ਬਹੁਤ ਖਾਸ ਕਰ NGO ਜਿਹੜੇ ਪੰਜਾਬੀ ਖਾਸ ਕਰ ਇੰਡੀਅਨਸ ਨੇ ਔਰ ਪੋਲਿਸ਼ ਲੋਕਾਂ ਨੇ ਵੀ ਬਹੁਤ ਦਿਲ ਖੋਲ੍ਹ ਕੇ ਮਦਦ ਕੀਤੀ ਹੈ। ਸੋ ਇੰਡੀਅਨ ਗੌਰਮੈਂਟ ਵੱਲੋਂ ਜਿਹੜਾ ਇਵੈਕੂਏਟ ਦਾ ਇਹ ਤੋਂ ਅੱਗੇ ਜਿਹੜਾ ਉਹ ਫਲਾਈਟਾਂ ਜਿਹੜੀਆਂ ਨੇ ਉਹ ਇੰਡੀਅਨ ਗੌਰਮੈਂਟ ਨੇ ਸ਼ੁਰੂ ਕੀਤੀਆਂ ਨੇ, ਉਹ ਫਲਾਈਟਾਂ ਦੇ ਰਾਹੀਂ ਅੱਗੇ ਪਹੁੰਚਦੇ ਨੇ। ਸੋ ਮੈਨੂੰ ਆਸ ਹੈ ਕਿ ਸਾਰਿਆਂ ਦੇ ਪਿਆਰੇ ਸਾਰਿਆਂ ਤੱਕ ਕੁਝ ਪਹੁੰਚ ਗਏ ਨੇ, ਕੁਝ ਰਹਿ ਗਏ ਨੇ, ਉਹ ਵੀ ਜਲਦੀ ਜਿਹੜੇ ਆ ਉਹ ਪੁੱਜਦਾ ਕਰ ਦਿੱਤੇ ਜਾਣਗੇ। 10 ਮਾਰਚ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਦਾ ਕੰਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਣੇ 11 ਗਿਣਤੀ ਕੇਂਦਰਾਂ ਤੇ ਹੋਵੇਗਾ ਅਤੇ ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। इस बारे पुलिस कमिश्नर डॉक्टर सुखचैन सिंह गिल ने आख्या कि हर गिनती केंद्र से 3 टीयर सुरक्षा की जा रही है और यह यकीनी बनाया जा रहा है कि वोटां की गिनती का काम अमन अमान नाल पूरा होए। उन्होंने आख्या कि गिनती केंद्रां के बाहर भी पुलिस वालों पूरे सुरक्षा प्रबंध किए गए हैं। देखो ਉਹਦੇ ਵਿੱਚ ਜਿਹੜੀ ਕਾਊਂਟਿੰਗ ਹੈਗੀ ਆ ਉਹਦੇ ਵਿੱਚ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਹੈ जिस तरीके का सिक्योरिटी अरेंजमेंट उत्थे होना चाहिए। उत्थे 3 टीयर सिक्योरिटी अरेंजमेंट होंदा काउंटिंग ते, जिहदे च सब तो अंदर वाला जिहड़ा वो CAPF लगदी है, सैकेंड टीयर दे विच फिर स्टेट आर्म्ड पुलिस लगदी है और थर्ड टीयर जिहड़ा उहदे विच जिहड़ी आ वो डिस्ट्रिक्ट पुलिस लगदी है। और 100 मीटर का जिहड़ा पैरीमीटर आ उहदे विच कोई किसी तरह का वहीकल अलाउड नहीं हैगा, सिर्फ पैदल पेडेस्ट्रीयन मूवमेंट अलाउड आ। और गेट तो अंदर जाने वास्ते ਜਿਹੜੇ ਆਥੋਰਾਈਜ਼ਡ ਪਰਸਨਸ ਆ ਉਹ ਡਿਟੇਲ ਦੇ ਵਿੱਚ DC ਸਾਹਿਬ ਵੀ ਮੀਟਿੰਗ ਕਰਨਗੇ, ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ, ਉਹੀ ਬੰਦੇ ਅਲਾਉਡ ਹੋਣਗੇ। ਸੋ ਅੰਦਰ ਪੋਲਿੰਗ ਜਿਹੜਾ ਸਟੋਰੇਜ ਸੈਂਟਰ ਦੇ ਆਸ-ਪਾਸ ਕਾਊਂਟਿੰਗ ਸੈਂਟਰ ਦੇ ਅੰਦਰ ਸਿਰਫ ਆਥੋਰਾਈਜ਼ਡ ਪਰਸਨਸ ਅਲਾਉਡ ਆ। ਉਹਦੇ ਵਾਸਤੇ ਸਾਰੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਅਸੀਂ ਪਲਾਨ ਕਰ ਲਏ ਆ, ਜਿਹੜੇ ਕਿ 10 ਤਰੀਕ ਨੂੰ ਇਨ ਪਲੇਸ ਹੋਣਗੇ ਸਾਰੇ। ਉਹ ਜਿਹੜਾ 100 ਮੀਟਰ ਦਾ ਪੈਰੀਮੀਟਰ ਆ ਉਹਦੇ ਅੰਦਰ ਆਉਣਾ ਅਲਾਉਡ ਨਹੀਂ ਹੈ। ਉਹ ਬਾਕੀ ਅਸੀਂ ਬਾਹਰ ਦੇ ਹਿਸਾਬ ਨਾਲ ਵੀ ਇਮੀਡੀਏਟ ਪੈਰੀਫਰੀ ਦੇ ਵਿੱਚ ਬਾਕੀ ਏਰੀਆਜ਼ ਦੇ ਵਿੱਚ ਅਲੱਗ ਤੋਂ ਸੁਰੱਖਿਆ ਦੇ ਪ੍ਰਬੰਧ ਸਾਰੀ ਜਗ੍ਹਾ ਦੇ ਉੱਤੇ ਕੀਤੇ ਹੋਏ ਆ। ਜਿਸ ਤਰ੍ਹਾਂ ਦਾ ਵੀ ਕੋਈ ਸੈਸ਼ਨ ਹੋਏਗਾ, ਕੋਈ ਏਰੀਆ ਸਿਕਿਉਰਿਟੀ ਆ, ਬਾਕੀ ਜੋ ਪੋਸੀਬਿਲਿਟੀਜ਼ ਹੈਗੀਆਂ, ਇੱਕ ਤਾਂ ਇਮੀਡੀਏਟ ਸਟਰੋਂਗ ਰੂਮ ਕਾਊਂਟਿੰਗ ਸੈਂਟਰ ਦੇ ਆਸ-ਪਾਸ ਦੀ ਸਿਕਿਉਰਿਟੀ ਆ, ਫਿਰ ਉਸ ਤੋਂ ਬਾਅਦ ਉਹਦੀ ਪੈਰੀਫਰੀ ਦੀ ਸਿਕਿਉਰਿਟੀ ਆ,
ਫਿਰ ਜੇ ਕੋਈ ਪ੍ਰੋਸੈਸ਼ਨ ਨਿਕਲਦਾ ਉਹਦੀ ਸਿਕਿਉਰਿਟੀ ਆ, ਏਰੀਆ ਜਿੱਥੇ ਏਰੀਆਜ਼ ਦੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹ ਵੀ ਲਿਸਟ ਆਊਟ ਕਰਕੇ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਕਲੈਸ਼ ਹੋਣ ਦੀ ਪੋਸੀਬਿਲਿਟੀ ਆ ਉਹ ਵੀ ਲਿਸਟ ਆਊਟ ਕੀਤੇ ਆ। ਸੋ ਹਰ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਪਲਾਨ ਇਹਦੇ ਵਿੱਚ। 20 ਫਰਵਰੀ ਨੂੰ ਪਈਆਂ ਵਿਧਾਨ ਸਭਾ ਵੋਟਾਂ ਦੀ ਗਿਣਤੀ ਦਾ ਕੰਮ 10 ਮਾਰਚ ਨੂੰ ਹੋਣ ਜਾ ਰਿਹਾ ਹੈ ਔਰ ਕੁੱਲ ਮਿਲਾ ਕੇ ਜਿਹੜੇ ਸਾਰੇ ਹੀ 11 ਕਾਊਂਟਿੰਗ ਸੈਂਟਰਸ ਨੇ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ 'ਚ ਬਣਾਏ ਗਏ ਨੇ ਉਹਨਾਂ ਉੱਤੇ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਕਮਿਸ਼ਨਰ ਪੁਲਿਸ ਡਾਕਟਰ ਸੁਖਚੈਨ ਸਿੰਘ ਗਿੱਲ ਹੋਰਾਂ ਦਾ ਆਖਣਾ ਹੈ ਕਿ 3 ਟੀਅਰ ਦੀ ਸਿਕਿਉਰਿਟੀ ਅਤੇ ਈਵੀਐਮਸ ਦੀ ਸਿਕਿਉਰਿਟੀ ਲਈ ਰੱਖੀ ਗਈ ਹੈ ਔਰ ਕੁੱਲ ਮਿਲਾ ਕੇ ਸਾਰੇ ਹੀ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਨੇ ਤਾਂ ਕਿ ਜਿਹੜਾ ਵੋਟਾਂ ਦੀ ਗਿਣਤੀ ਦਾ ਕੰਮ ਉਹ ਅਮਨ ਅਮਾਨ ਨਾਲ ਮੁਕੰਮਲ ਹੋ ਸਕੇ। ਔਰ ਉਹਨਾਂ ਨੇ ਪੋਲੀਟੀਕਲ ਪਾਰਟੀਜ਼ ਉਮੀਦਵਾਰਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਇਹਨਾਂ ਸਿਕਿਉਰਿਟੀ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਨੂੰ ਪੂਰਾ ਸਹਿਯੋਗ ਕਰਨ। ਕੈਮਰਾਮੈਨ ਰਾਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ 11 ਗਿਣਤੀ ਕੇਂਦਰਾਂ ਤੇ 10 ਮਾਰਚ ਨੂੰ ਹੋਣ ਵਾਲੀਆਂ ਵੋਟਾਂ ਦੀ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਅਤੇ ਐਸਡੀਐਮ ਅੰਮ੍ਰਿਤਸਰ 2 ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸਾਰੇ ਗਿਣਤੀ ਕੇਂਦਰਾਂ ਤੇ ਸ਼ੁਰੂ ਹੋਵੇਗੀ। ਉਹਨਾਂ ਆਖਿਆ ਕਿ ਉਮੀਦਵਾਰਾਂ ਦੇ ਗਿਣਤੀ ਏਜੰਟ ਗਿਣਤੀ ਸ਼ੁਰੂ ਹੋਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਗਿਣਤੀ ਕੇਂਦਰ ਵਿੱਚ ਪੁੱਜਣਗੇ। ਗਿਣਤੀ ਰੂਮ ਵਿੱਚ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ ਸਥਾਪਿਤ ਕੀਤੇ ਜਾਣਗੇ। 10 ਤਰੀਕ ਨੂੰ ਸਵੇਰੇ 8 ਵਜੇ ਕਾਊਂਟਿੰਗ ਸਟਾਰਟ ਹੋਏਗੀ। ਉਸ ਦੇ ਵਿੱਚ ਜਿਹੜੀਆਂ ਅੰਮ੍ਰਿਤਸਰ ਦੀਆਂ ਜਿਹੜੀਆਂ 11 ਕੌਂਸਟੀਚੁਐਂਸੀਆਂ ਨੇ ਉਹਦੇ ਵਿੱਚ ਜਿਸ ਤਰ੍ਹਾਂ ਮਜੀਠੇ ਦਾ ਮਾਈ ਭਾਗੋ ਦੇ ਜਿਹੜਾ ਸਾਡਾ ਮਜੀਠਾ ਰੋਡ ਤੇ ਕਾਲਜ ਹੈ ਉੱਥੇ ਹੋਏਗੀ। ਇਸੇ ਤਰ੍ਹਾਂ ਅੰਮ੍ਰਿਤਸਰ ਨਾਰਥ ਦੀ ਵੀ ਮਾਈ ਭਾਗੋ ਜਿਹੜਾ ਸੈਕੰਡ ਆਡੀਟੋਰੀਅਮ ਹੈ ਉੱਥੇ ਕਾਊਂਟਿੰਗ ਹੋਏਗੀ। ਔਰ ਜਿਹੜਾ ਅੰਮ੍ਰਿਤਸਰ ਈਸਟ ਹੈ ਉਹਦੀ ਸਾਡੀ ਟਾਊਨ ਹਾਲ ਆਡੀਟੋਰੀਅਮ ਹੈ ਉੱਥੇ ਕਾਊਂਟਿੰਗ ਹੋਏਗੀ। ਅੰਮ੍ਰਿਤਸਰ ਸਾਊਥ ਦੀ ਜਿਹੜੀ ਮੈਡੀਕਲ ਕਾਲਜ ਦੇ ਜਿਹੜਾ ਆਡੀਟੋਰੀਅਮ ਹੈ ਉੱਥੇ ਕਾਊਂਟਿੰਗ ਹੋਏਗੀ। ਖਾਲਸਾ ਸਕੂਲ ਦੇ ਵਿੱਚ ਅਟਾਰੀ ਕੰਸਟੀਚੁਐਂਸੀ ਦੀ ਹੋਏਗੀ। ਇਸੇ ਤਰ੍ਹਾਂ ਬਾਬੇ ਬਕਾਲਾ ਜਿਹੜੀ ਕੰਸਟੀਚੁਐਂਸੀ ਹੈ ਉਹਦੀ ਕੰਸਟੀਚੁਐਂਸੀ ਬਾਬਾ ਬਕਾਲਾ ਇੱਕ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਆਡੀਟੋਰੀਅਮ ਦੇ ਵਿੱਚ ਹੋਏਗੀ। ਅਜਨਾਲੇ ਦੀ ਜਿਹੜੀ ਹੈ ਅਜਨਾਲਾ ਕਾਲਜ ਹੈ ਉੱਥੇ ਅਜਨਾਲੇ ਦੇ ਵਿੱਚ ਉੱਥੇ ਹੀ ਉਹਦੀ ਕਾਊਂਟਿੰਗ ਹੋਏਗੀ। ਰਾਜਾ ਸਾਂਸੀ ਦੀ ਜਿਹੜੀ ਹੈ ਮਾਲ ਰੋਡ ਸਕੂਲ ਦੇ ਵਿੱਚ ਕਾਊਂਟਿੰਗ ਹੋਏਗੀ। ਔਰ ਜਿਹੜੀ ਅੰਮ੍ਰਿਤਸਰ ਵੈਸਟ ਹੈ ਉਹਦੀ ਪੋਲੋ ਟੈਕਨੀਕਲ ਕਾਲਜ ਛਿਆਟਾ ਹੈ ਉੱਥੇ ਕਾਊਂਟਿੰਗ ਹੋਏਗੀ। ਸੈਂਟਰ ਜਿਹੜੀ ITI ਰਣਜੀਤ ਐਵਨਿਊ ਉੱਥੇ ਕਾਊਂਟਿੰਗ ਕੀਤੀ ਜਾਵੇਗੀ। ਔਰ ਜੰਡਿਆਲੇ ਦੀ ਜਿਹੜੀ ਕਾਊਂਟਿੰਗ ਮੈਰੀਟੋਰੀਅਸ ਸਕੂਲ ਦੇ ਵਿੱਚ ਕੀਤੀ ਜਾਏਗੀ। ਜਿਹੜੀ ਸਭ ਤੋਂ ਪਹਿਲੇ ETPBS ਜਿਹੜਾ ਹੈਗਾ ਪੋਸਟਲ ਬੈਲਟ ਪੇਪਰ ਉਹਦੀ ਕਾਊਂਟਿੰਗ ਸਟਾਰਟ ਹੋਏਗੀ। ਉਹਦੇ ਲਈ ਅਸੀਂ 2 ਸੈਪਰੇਟ ARO ਅਪਾਇੰਟ ਕੀਤੇ ਨੇ ਔਰ ਸੈਪਰੇਟ ਜਿਹੜੇ ਹੈ ਕਾਊਂਟਿੰਗ ਹਾਲ ਤਿਆਰ ਕੀਤੇ ਗਏ ਨੇ। ਉਸ ਤੋਂ 15 ਮਿੰਟ ਬਾਅਦ ਜਿਹੜੀ ਹੈ EVM ਤੋਂ ਕਾਊਂਟਿੰਗ ਸਟਾਰਟ ਕੀਤੀ ਜਾਏਗੀ, ਜਿਸ ਦੇ ਵਿੱਚ ਹਰ ਇੱਕ ਜਿਹੜੇ ਹੈਗੇ ਆ 14 ਟੇਬਲ ਲਗਾਏ ਗਏ ਨੇ ਔਰ ਹਰ ਇੱਕ ਟੇਬਲ ਤੇ ਇੱਕ ਕਾਊਂਟਿੰਗ ਸੁਪਰਵਾਈਜ਼ਰ ਔਰ 2 ਕਾਊਂਟਿੰਗ ਅਸਿਸਟੈਂਟ ਅਪਾਇੰਟ ਕੀਤੇ ਗਏ ਨੇ ਔਰ ਉਹਨਾਂ ਦੇ ਨਾਲ ਹਰ ਇੱਕ ਟੇਬਲ ਤੇ ਮਾਈਕਰੋ ਆਬਜ਼ਰਵਰ ਵੀ ਅਪਾਇੰਟ ਕੀਤੇ ਗਏ ਨੇ। ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਰ ਇੱਕ ਜਿਹੜੀ ਕੌਂਸਟੀਚੁਐਂਸੀ ਹੈ ਉਸ ਦੇ ਵਿੱਚ ਅਬਜ਼ਰਵਰ ਅਪਾਇੰਟ ਕੀਤੇ ਗਏ ਨੇ ਜਿਹੜੇ ਕਿ ਕੱਲ੍ਹ ਸ਼ਾਮ ਨੂੰ ਇੱਥੇ ਪਹੁੰਚ ਰਹੇ ਨੇ ਔਰ ਅਬਜ਼ਰਵਰ ਦੀ ਪ੍ਰੈਜ਼ੈਂਸ ਦੇ ਵਿੱਚ ਹਰ ਇੱਕ ਕੌਂਸਟੀਚੁਐਂਸੀ ਦੀ ਜਿਹੜੀ ਕਾਊਂਟਿੰਗ ਹੋਏਗੀ। ਇਸ ਤੋਂ ਇਲਾਵਾ ਹਰ ਇੱਕ ਕੈਂਡੀਡੇਟ ਆਪਣੇ ਕਾਊਂਟਿੰਗ ਏਜੰਟ ਜਿਹੜਾ ਅਪਾਇੰਟ ਕਰ ਸਕਦਾ। ਉਸ ਦੇ ਲਈ ਉਹਨਾਂ ਨੇ ਫਾਰਮ 18 ਜਿਹੜਾ ਹੈ ਉਹ ਭਰ ਕੇ ਤੇ ਕੱਲ੍ਹ 8 ਤਰੀਕ ਨੂੰ ਸ਼ਾਮ 5 ਵਜੇ ਤੋਂ ਪਹਿਲੇ ਉਹ ਆਪਣੇ ਫਾਰਮ ਦੇ ਸਕਦੇ ਨੇ ਔਰ ਹਰ ਇੱਕ ਕਾਊਂਟਿੰਗ ਏਜੰਟ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਉਹ ਕਾਊਂਟਿੰਗ ਵਾਲੇ ਦਿਨ ਸਵੇਰੇ 6 ਵਜੇ ਕਾਊਂਟਿੰਗ ਹਾਲ ਦੇ ਵਿੱਚ ਪਹੁੰਚਣਗੇ। ਪੰਜਾਬ ਦੀ ਨਵੀਂ ਸਰਕਾਰ ਚੁਣਨ ਲਈ 20 ਫਰਵਰੀ ਨੂੰ ਜਿਹੜੀ ਵੋਟਾਂ ਪਈਆਂ ਸੀ ਉਹਨਾਂ ਵੋਟਾਂ ਨੂੰ ਗਿਣਨ ਦਾ ਕੰਮ 10 ਮਾਰਚ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ 11 ਜਿਹੜੇ ਵੱਖ-ਵੱਖ ਕਾਊਂਟਿੰਗ ਸੈਂਟਰਸ ਨੇ ਉੱਥੇ ਕੀਤਾ ਜਾਣਾ ਹੈ ਔਰ ਕੁੱਲ ਮਿਲਾ ਕੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹੀ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਔਰ ਇਹ ਵੀ ਆਖਿਆ ਗਿਆ ਹੈ ਕਿ ਇਹ ਯਕੀਨੀ ਬਣਾਇਆ ਜਾਏਗਾ ਕਿ ਜਿਹੜਾ ਵੀ ਕਾਊਂਟਿੰਗ ਦਾ ਕੰਮ ਹੈ, ਵੋਟਾਂ ਦੀ ਗਿਣਤੀ ਦਾ ਕੰਮ ਹੈ, ਉਹ ਨਿਸ਼ਪਕਸ਼ ਤਰੀਕੇ ਨਾਲ ਹੋਵੇ ਔਰ ਸਹੀ ਤਰੀਕੇ ਨਾਲ ਹੋਵੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਵੇ। ਸੋ ਸਾਰੇ ਪ੍ਰਬੰਧ ਮੁਕੰਮਲ ਨੇ। ਹੁਣ ਇੰਤਜ਼ਾਰ ਹੈ 10 ਮਾਰਚ ਦਾ ਜਦੋਂ ਵੋਟਾਂ ਦੀ ਗਿਣਤੀ ਹੋਵੇਗੀ ਔਰ ਪੰਜਾਬ 'ਚ ਇੱਕ ਵਾਰ ਫਿਰ ਨਵੀਂ ਸਰਕਾਰ ਬਣੇਗੀ। ਕੈਮਰਾਮੈਨ ਰਾਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਸ਼ਿਵਾਲਾ ਅਲਫਾ ਸਿਟੀ ਦਬੁਰਜੀ ਵਿਖੇ ਸਮਾਗਮ ਦਾ ਆਯੋਜਨ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਤੇ ਕੁਮਾਰ ਮੁਕੇਸ਼ ਨੇ ਸ਼ਿਵ ਵਿਵਾਹ ਦਾ ਗੁਣਗਾਨ ਕੀਤਾ। ਸ਼ਿਵਾਲੇ ਨੂੰ ਮਨਮੋਹਨ ਰੂਪ ਵਿੱਚ ਸਜਾਇਆ ਗਿਆ ਅਤੇ ਭਗਵਾਨ ਸ਼ਿਵ ਦਾ ਭੰਡਾਰਾ ਵੀ ਕੀਤਾ ਗਿਆ। ਫਾਸਟਵੇ ਨੈਟ ਪਲੱਸ ਤੇ ਸਰਦਾਰ ਸਰਬਜੀਤ ਸਿੰਘ ਰਾਜੂ, ਸ਼੍ਰੀਮਤੀ ਡੋਲੀ ਸਰਬਜੀਤ ਸਿੰਘ, ਰਾਜੇਸ਼ ਅਰੋੜਾ ਆਸ਼ੂ, ਜਗਜੀਤ ਸਿੰਘ ਬੰਟੀ, ਅਨਿਲ ਅਰੋੜਾ, ਸੰਦੀਪ ਸੈਣੀ, ਰਾਜਨ ਅਰੋੜਾ, ਅਵਤਾਰ ਸਿੰਘ ਰੰਧਾਵਾ, ਹੀਰਾ ਲਾਲ ਅਤੇ ਗੁਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਫਾਸਟਵੇ ਵੱਲੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। शिवरात्रि
बैठ जाओ, बड़े खलोते ने बाजी बैठ जाओ। दिल की बातें कर लूं मैं, दिल की बातें कर लूं मैं, प्यास बुझा लूं जन्मों की खाली झोली भर लूं मैं, खाली झोली भर लूं मैं। करना ए संसार अज से मुश्किल शिव ओंकारा, शिव ओंकारा, स्वामी जय शिव ओंकारा। ब्रह्मा विष्णु सदा शिव, ब्रह्मा विष्णु सदा शिव। चंद्रमुखी है, सूर्य वंश का लड़का ढूंढना, सूर्य वंश का लड़का ढूंढना। एक टका सोने का ले जा, एक टका सोने का ले जा। सात सुपारी सात छुआरे, सात सुपारी सात छुआरे। सात गांठ हल्दी के ले जा, सात गांठ हल्दी के ले जा। हम समान कोई राजा दे। ਸ਼ਹਿਰ ਦੀ ਬਹੁਤ ਹੀ ਮਹੱਤਵਪੂਰਨ ਸੜਕ ਜਿਸ ਨੂੰ ਟਪਈ ਰੋਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਸੜਕ ਦਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਬਣਿਆ ਹੋਇਆ ਹੈ ਅਤੇ ਸੜਕ ਉੱਪਰ ਜਗ੍ਹਾ ਜਗ੍ਹਾ ਤੇ ਟੋਏ ਬਣੇ ਹੋਏ ਹੋਣ ਕਾਰਨ ਲੋਕਾਂ ਦੇ ਆਏ ਦਿਨ ਐਕਸੀਡੈਂਟ ਹੋ ਜਾਂਦੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੜਕ ਨੂੰ ਬਣਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਰਾਹਗੀਰਾਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕੁਝ ਦਿਨਾਂ ਵਿੱਚ ਹੀ ਗੁਰਦੁਆਰਾ ਬੋੜੀ ਸਾਹਿਬ ਵਿਖੇ ਹੋਲੇ ਮਹੱਲੇ ਦਾ ਮੇਲਾ ਭਰਨਾ ਸ਼ੁਰੂ ਹੋ ਜਾਣਾ ਹੈ ਅਤੇ ਰੋਜ਼ਾਨਾ ਸੰਗਤਾਂ ਲੱਖਾਂ ਦੀ ਤਾਦਾਦ ਨਾਲ ਇਸ ਰੋਡ ਤੋਂ ਗੁਰਦੁਆਰਾ ਸਾਹਿਬ ਲਈ ਜਾਣਗੀਆਂ ਪਰ ਮਾੜੀ ਸੜਕ ਦੀ ਹਾਲਤ ਦੇਖ ਕੇ ਕੀ ਸੁਨੇਹਾ ਲੈ ਕੇ ਜਾਣਗੇ ਜਿਸ ਸਬੰਧ ਵਿੱਚ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਸੜਕ ਨੂੰ ਪਹਿਲ ਦੇ ਆਧਾਰ ਤੇ ਵਧੀਆ ਤਰੀਕੇ ਨਾਲ ਬਣਾਇਆ ਜਾਏ। ਇਹ ਬੋੜੀ ਸਾਹਿਬ ਰੋਡ ਹੈ ਤੇ ਇੱਥੇ ਮੇਲਾ ਲੱਗਦਾ ਹੈ ਬੋੜੀ ਸਾਹਿਬ ਦਾ ਕਿ ਜਿਹੜੇ ਲੋਕ ਇਹ ਸੜਕ ਤੋਂ ਪਾਰ ਰਹਿ ਰਹੇ ਆ ਨਾ ਪ੍ਰੇਮ ਨਗਰ ਇੱਕ ਹੋਰ ਹੀ ਏਰੀਆ ਹੈਗਾ ਹੈ ਕਿ ਉੱਥੋਂ ਦੇ ਲੋਕ ਕਿੰਨੀ ਮੁਸ਼ਕਿਲਾਂ ਦੇ ਨਾਲ ਰਹਿ ਰਹੇ ਨੇ ਤੇ ਇਹਦੀ ਆਵਾਜਾਈ ਡੇਲੀ ਰਹਿੰਦੀ ਹੈ ਦਿਨੇ ਵੀ ਰਹਿੰਦੀ ਰਾਤ ਵੀ ਆਵਾਜਾਈ ਚੱਲਦੀ ਰਹਿੰਦੀ ਇੱਥੇ ਇਹ ਤਾਂ ਵਧੀਆ ਤਰੀਕੇ ਨਾਲ ਬਣਨੀ ਚਾਹੀਦੀ ਹੈ। ਇੱਥੇ ਟੋਏ ਸਾਰੇ ਪਏ ਹੋਏ ਨੇ ਕੋਈ ਨਾ ਕੋਈ ਐਕਸੀਡੈਂਟ ਹੋ ਸਕਦਾ ਅੱਗੇ ਵੀ ਪਿਛਲੇ ਮੇਲਿਆਂ ਦੇ ਵਿੱਚ ਵੀ ਉੱਥੇ ਕੋਈ ਆਟੋ ਪਲਟੇ ਸੀ ਕਿੰਨੀ ਮੁਸ਼ਕਿਲ ਨਾਲ ਲੋਕ ਬਚੇ ਨੇ ਪ੍ਰਸ਼ਾਸਨ ਤੋਂ ਇਹੀ ਮੰਗਿਆ ਕਿ ਜਿਹੜੇ ਪੈਸੇ ਮਗਰੋਂ ਆਉਂਦੇ ਉਹ ਚੰਗੀ ਤਰ੍ਹਾਂ ਲਾਣ ਅੱਗੇ ਤੇ ਭਈ ਤੋਂ ਲੈ ਕੇ ਵਡਾਲੀ ਤੱਕ ਚੱਲਦੀ ਹੈ ਰੋਡ ਰਾਹ 'ਚ ਇੱਕ ਬੋੜੀ ਸਾਹਿਬ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਵੀ ਪੈਂਦਾ ਅਸੀਂ ਇੰਨੇ ਕਿ ਦੁਖੀ ਹਾਂ ਇਸ ਤੋਂ ਅੱਜ ਤੱਕ ਮੇਰੇ ਖਿਆਲ 'ਚ 10 ਸਾਲ ਹੋ ਗਏ ਸੜਕ ਨਹੀਂ ਬਣੀ ਜਦੋਂ 4 ਛਿੱਟਾਂ ਪੈ ਜਾਂਦੀਆਂ ਨਾ ਅਸੀਂ ਲੰਘ ਨਹੀਂ ਸਕਦੇ ਗੱਡੀਆਂ ਜਾਮ ਹੋ ਜਾਂਦੀਆਂ ਨੇ ਮੋਟਰਸਾਈਕਲ ਜਾਮ ਹੋ ਜਾਂਦੇ ਨੇ ਇੰਨੇ ਕਿ ਦੁਖੀ ਹੋ ਗਏ ਆ ਐਕਸੀਡੈਂਟ ਹੁੰਦੇ ਨੇ ਆ ਇੱਕ ਉੱਥੇ ਸਾਹਮਣੇ ਮੋੜ ਦੇਖਿਆ ਹੋਣਾ ਤੁਸੀਂ ਉੱਥੇ ਮੇਰੇ ਖਿਆਲ 'ਚ ਇੱਕ ਵਾਰੀ ਟਰੈਕਟਰ ਗਿਰਿਆ ਸੀ ਇੱਕ ਬੰਦਾ ਵੀ ਮਰਿਆ ਸੀ ਇਹ ਸੜਕ ਬਣਨੀ ਚਾਹੀਦੀ ਆ ਤੁਰਤ ਇਮੀਡੀਏਟਲ ਬਣਨੀ ਚਾਹੀਦੀ ਆ ਕਿਉਂਕਿ ਇੱਥੋਂ ਦੀ ਪਬਲਿਕ ਇੰਨੀ ਕੁ ਲੰਘਦੀ ਆ ਬਾਹਰਲੇ ਪਿੰਡਾਂ ਤੋਂ ਵੀ ਲੋਕ ਆਉਂਦੇ ਆ ਬਹੁਤ ਮਾਨਤਾ ਵਾਲਾ ਗੁਰਦੁਆਰਾ ਆ ਬਹੁਤ ਇਤਿਹਾਸਕ ਗੁਰਦੁਆਰਾ ਦੁਨੀਆ ਮੰਨਦੀ ਆ ਇਹਨੂੰ ਇੰਨੀ ਕੁ ਪਬਲਿਕ ਇੱਥੋਂ ਲੈ ਕੇ ਢਪਈ ਤੋਂ ਲੈ ਕੇ ਗੁਰਦੁਆਰੇ ਤੱਕ ਲੰਗਰ ਹੀ ਲੰਗਰ ਹੁੰਦੇ ਆ ਮੰਗ ਇਹੋ ਸੜਕ ਬਣਨੀ ਚਾਹੀਦੀ ਆ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬਹੁਤ ਹੀ ਮਹੱਤਵਪੂਰਨ ਸੜਕ ਜਿਸ ਨੂੰ ਕਿ ਢਪਈ ਰੋਡ ਨਾਮ ਤੇ ਜਾਣਿਆ ਜਾਂਦਾ ਹੈ ਪਰ ਜੇ ਇਸ ਦੀ ਗੱਲ ਕਰ ਲਈਏ ਕਾਫੀ ਹਾਲਤ ਬੱਤਰ ਬਣੀ ਪਈ ਹੈ ਤੇ ਸਾਡੀ ਫਾਸਟਵੇ ਟੀਮ ਵੱਲੋਂ ਕਾਫੀ ਖਬਰਾਂ ਇਸ ਰੋਡ ਦੀਆਂ ਲਗਾਈਆਂ ਗਈਆਂ ਸੀ ਕਿ ਇਸ ਰੋਡ ਨੂੰ ਠੀਕ ਕੀਤਾ ਜਾਵੇ ਤੇ ਪ੍ਰਸ਼ਾਸਨ ਕੁਝ ਜਾਗਿਆ ਵੀ ਹੈ ਤੇ ਇਸ ਰੋਡ ਦੇ ਉੱਤੇ ਕਾਫੀ ਹੱਦ ਤੱਕ ਬੱਜਰ ਪੈ ਗਿਆ ਪਰ ਲੋਕਾਂ ਦਾ ਆਖਣਾ ਹੈ ਕਿ ਜਿੱਥੇ ਬੱਜਰ ਪਾਇਆ ਹਾਲਤ ਹੁਣ ਹੋਰ ਜ਼ਿਆਦਾ ਮੁਸ਼ਕਲ ਆ ਗਈ ਹੈ ਕਾਰਨ ਹੈ ਕਿ ਜ਼ਮੀਨ ਦੇ ਵਿੱਚ ਨਾ ਟੋਏ ਦਾ ਪਤਾ ਲੱਗਦਾ ਤੇ ਨਾ ਹੀ ਕਈ ਜ਼ਮੀਨ ਦਾ ਪਤਾ ਲੱਗਦਾ ਤੇ ਲੋਕਾਂ ਦੇ ਆਏ ਦਿਨ ਐਕਸੀਡੈਂਟ ਹੋ ਜਾਂਦੇ ਨੇ ਗੱਡੀਆਂ ਪਲਟਦੀਆਂ ਨੇ ਤੇ
ਕਈ ਮੌਤਾਂ ਵੀ ਹੋ ਚੁੱਕੀਆਂ ਨੇ ਤੇ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਕਹੀ ਹੈ ਲੋਕਾਂ ਨੇ ਕਿ ਪਹਿਲ ਦੇ ਆਧਾਰ ਦੇ ਉੱਤੇ ਇਹ ਸੜਕ ਬਣਾਈ ਜਾਵੇ। ਕਾਰਨ ਹੈ ਕਿ ਕੁਝ ਦਿਨਾਂ ਤੱਕ ਹੁੱਲੇ ਮੱਲੇ ਦਾ ਸ਼ੁਰੂ ਹੋ ਜਾਣਾ ਪ੍ਰਚਲਨ ਤੇ ਕੁਝ ਹੀ ਕਦਮਾਂ ਦੇ ਉੱਤੇ ਇਸ ਰੋਡ ਦੇ ਉੱਤੇ ਗੁਰਦੁਆਰਾ ਇਤਿਹਾਸਕ ਹੈ ਬੋੜੀ ਸਾਹਿਬ, ਜਿੱਥੇ ਕਿ ਸੰਗਤਾਂ ਲੱਖਾਂ ਦੀ ਤਾਦਾਦ 'ਚ ਇਸ ਰੋਡ ਤੋਂ ਜਾਂਦੀਆਂ ਨੇ ਤੇ ਲੋਕਾਂ ਦੀ ਇੱਕੋ ਹੀ ਮੰਗ ਆ ਕਿ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਨੂੰ ਇਸ ਰੋਡ ਨੂੰ ਵਧੀਆ ਦਰਜੇ ਉੱਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਅਤੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਨਿਊਜ਼, ਅੰਮ੍ਰਿਤਸਰ। ਥੈਲੇਸੀਮੀਆ ਇੱਕ ਇਹੋ ਜਿਹੀ ਬਿਮਾਰੀ ਹੈ ਜਿਸ ਵਿੱਚ ਰੱਬ ਵੱਲੋਂ ਦਿੱਤਾ ਹੋਇਆ ਇਨਸਾਨੀ ਸਰੀਰ ਆਪਣੇ ਆਪ ਖੂਨ ਨਹੀਂ ਬਣਾ ਪਾਉਂਦਾ। ਇਹ ਬਿਮਾਰੀ ਜਨਮ ਤੋਂ ਹੀ ਬੱਚੇ ਵਿੱਚ ਹੁੰਦੀ ਹੈ, ਜੋ ਕਿ ਉਸਦੇ ਮਾਂ-ਪਿਓ ਵਿੱਚ ਇੱਕ ਕਮੀ ਕਾਰਨ ਹੋ ਜਾਂਦੀ ਹੈ। ਬੱਚੇ ਦੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਾ ਹੁੰਦੇ ਵੇਖ ਉਸਦੇ ਮਾਂ-ਪਿਓ ਡਾਕਟਰਾਂ ਨਾਲ ਸੰਪਰਕ ਕਰਦੇ ਹਨ। ਟੈਸਟ ਕਰਨ ਤੋਂ ਬਾਅਦ ਬੱਚੇ ਵਿੱਚ ਇਹ ਬਿਮਾਰੀ ਪਤਾ ਲੱਗਦੀ ਹੈ ਅਤੇ ਬਾਅਦ ਵਿੱਚ ਉਸ ਨੂੰ ਬਲੱਡ ਸੈਂਟਰਸ ਤੇ ਦਾਨ ਕੀਤਾ ਹੋਇਆ ਖੂਨ ਚੜਾਇਆ ਜਾਂਦਾ ਹੈ ਅਤੇ ਇਸ ਦੀ ਲੋੜ ਹਰ 15 ਦਿਨ ਬਾਅਦ ਪੈਂਦੀ ਹੈ। ਸਾਡੀ ਟੀਮ ਨੇ KVI ਬਲੱਡ ਬੈਂਕ ਨੂੰ ਵਿਜ਼ਿਟ ਕੀਤਾ, ਜਿੱਥੇ ਥੈਲੇਸੀਮੀਆ ਤੋਂ ਗ੍ਰਸਤ ਬੱਚਿਆਂ ਨੂੰ ਖੂਨ ਦਿੱਤਾ ਜਾਂਦਾ ਹੈ। ਇਹ ਸੇਵਾ ਗੁਰੂ ਨਾਨਕ ਹਸਪਤਾਲ ਵਿਖੇ ਬਲੱਡ ਬੈਂਕ ਵੀ ਕਰਦਾ ਹੈ। KVI ਸੈਂਟਰ ਤੇ 2 ਭੈਣਾਂ ਵੇਖੀਆਂ ਗਈਆਂ ਜਿਨ੍ਹਾਂ ਨੂੰ ਇਹ ਬਿਮਾਰੀ ਹੈ ਅਤੇ ਹਰ 15 ਦਿਨ ਬਾਅਦ ਉਹਨਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਵੱਡੀ ਭੈਣ ਨੇ ਆਪਣੀ ਅਤੇ ਆਪਣੀ ਭੈਣ ਦੀ ਇਸ ਦਿੱਕਤ ਬਾਰੇ ਦੱਸਿਆ। KVI ਸੈਂਟਰ ਦੇ ਵਿਕਰਮਜੀਤ ਸਿੰਘ ਨੇ ਥੈਲੇਸੀਮੀਆ ਦੇ ਬਾਰੇ ਵਿਸਤਾਰ ਨਾਲ ਦੱਸਿਆ। ਜਦੋਂ ਕਿਸੇ ਇੱਕ ਆਦਮੀ ਦਾ ਇੱਕ ਔਰਤ ਨਾਲ ਮੈਰਿਜ ਹੋ ਜਾਂਦੀ ਹੈ ਜਿਨ੍ਹਾਂ ਦੋਨਾਂ ਦੇ ਵਿੱਚ ਉਹ ਜੀਨ ਹੈਗਾ ਹੈ, ਮਤਲਬ ਬੰਦੇ 'ਚ ਵੀ ਹੈ ਔਰ ਔਰਤ 'ਚ ਵੀ ਹੈ। ਅਗਰ ਉਹਨਾਂ ਦੀ ਆਪਸ 'ਚ ਮੈਰਿਜ ਹੋ ਜਾਂਦੀ ਹੈ ਤੇ ਜਿਹੜਾ ਬੱਚਾ ਹੁੰਦਾ ਹੈ ਫਿਰ ਉਹ ਮੇਜਰ ਥੈਲਾਸੀਮੀਆ ਹੁੰਦਾ ਹੈ। ਹੁਣ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਸਾਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਬੱਚਾ ਪੈਦਾ ਹੋ ਜਾਂਦਾ। ਪੈਦਾ ਹੋਣ ਤੋਂ 6 ਮਹੀਨੇ ਜਾਂ ਸਾਲ ਬਾਅਦ ਬੱਚੇ ਦੀ ਗਰੋਥ ਨਹੀਂ ਹੁੰਦੀ, ਉਹਦੇ ਵਿੱਚ ਵੀਕਨੈਸ ਆਉਂਦੀ ਹੈ ਜਾਂ ਉਹਨੂੰ ਹੋਰ ਇੱਦਾਂ ਦੇ ਕੋਈ ਨਾ ਕੋਈ ਸਿੰਪਟਮਸ ਆਉਂਦੇ ਨੇ। ਉਸ ਬੱਚੇ ਨੂੰ ਆਫਟਰ ਐਵਰੀ 15 ਡੇਜ਼ ਜਾਂ 1 ਮਹੀਨੇ ਬਾਅਦ ਬੱਚੇ ਨੂੰ ਖੂਨ ਚੜਾਉਣਾ ਹੀ ਪੈਂਦਾ ਹੈ ਥਰੂ ਆਊਟ ਦਾ ਲਾਈਫ ਸਪੈਨ। ਦੇਖੋ ਜੀ, ਇਹਦਾ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਹਰ ਬੰਦੇ ਨੂੰ, ਸਾਡੀ ਤੇ ਸਰਕਾਰ ਨੂੰ ਚਾਹੀਦਾ ਕਿ ਕੰਪਲਸਰੀ ਕਰ ਦਿਓ ਕਿ ਮੈਰਿਜ ਤੋਂ ਪਹਿਲਾਂ ਇੱਕ ਟੈਸਟ ਹੁੰਦਾ ਜੀ ਹੀਮੋਗਲੋਬਿਨ ਦਾ, ਉਹ ਟੈਸਟ ਜ਼ਰੂਰੀ ਕਰਵਾਓ ਕਿ ਉਹ ਤੋਂ ਪਤਾ ਲੱਗ ਸਕੇ ਵੀ ਇੱਕ ਨੌਜਵਾਨ ਦੇ ਵਿੱਚ ਕੀ ਉਹ ਜਿਹੜਾ ਮਾਈਨਰ ਥੈਲਾਸੀਮੀਆ ਜੀਨ ਹੈਗਾ ਹੈ ਕਿ ਨਹੀਂ ਹੈਗਾ। ਅਗਰ ਤੇ ਹੈਗਾ ਹੈ ਤੇ ਫਿਰ ਉਹ ਜਿਹਦੇ ਨਾਲ ਉਹਦੀ ਮੈਰਿਜ ਹੋਣ ਜਾ ਰਹੀ ਹੈ ਉਦੋਂ ਵੀ ਟੈਸਟ ਕਰਾਇਆ ਜਾਵੇ ਕਿ ਉਹਦੇ 'ਚ ਵੀ ਹੈਗਾ ਹੈ। ਜੇ ਤੇ ਦੋਨਾਂ 'ਚ ਹੈਗਾ ਹੈ ਤੇ ਫਿਰ ਉਹਨਾਂ ਨੂੰ ਆਪਸ 'ਚ ਮੈਰਿਜ ਨਹੀਂ ਕਰਾਉਣੀ ਚਾਹੀਦੀ, ਕਿਉਂਕਿ ਜਿਹੜਾ ਬੇਬੀ ਹੋਣਾ ਹੈ ਫਿਰ 25% ਚਾਂਸ ਉਹਦੇ ਮੇਜਰ ਥੈਲੇਸੀਮੀਆ ਦੇ ਹੋਣਗੇ, ਜਿਸ ਬੱਚੇ ਨੂੰ ਥਰੂ ਆਊਟ ਲਾਈਫ ਹੈ ਤੁਹਾਨੂੰ ਬਲੱਡ ਚੜਾਉਣਾ ਹੀ ਪਏਗਾ, ਕੋਈ ਉਹਦਾ ਸੋਲੂਸ਼ਨ ਨਹੀਂ ਹੈਗਾ। ਮੈਂ ਇੱਕ ਥੈਲੇਸੀਮੀਆ ਪੇਸ਼ੈਂਟ ਹਾਂ। ਮੈਨੂੰ ਹਰ 15-20 ਦਿਨਾਂ ਦੇ ਬਾਅਦ ਬਲੱਡ ਚੜ੍ਹਦਾ ਹੈਗਾ ਵੈ। ਮੇਰੀ ਇੱਕ ਸਿਸਟਰ ਵੀ ਹੈ, ਉਹਨੂੰ ਵੀ ਸੇਮ ਇਹੀ ਪ੍ਰੋਬਲਮ ਹੈਗੀ ਥੈਲੇਸੀਮੀਆ ਦੀ। ਉਹਦਾ ਵੀ ਇਸ ਤਰ੍ਹਾਂ ਹੀ ਬਲੱਡ 15-20 ਦਿਨਾਂ ਬਾਅਦ ਉਹਨੂੰ ਵੀ ਮਿਲਦਾ ਹੈਗਾ। KVI ਬਲੱਡ ਬੈਂਕ ਦੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਇੱਥੋਂ ਦਾ ਸਟਾਫ, ਇੱਥੋਂ ਦੇ ਜਿਹੜੇ ਸਰ ਹੈਗੇ ਵਿਕਰਮ ਸਰ, ਉਹ ਸਾਡੇ ਬਹੁਤ ਜ਼ਿਆਦਾ ਹੈਲਪ ਕਰਦੇ ਹੈਗੇ ਹੈ। ਫ੍ਰੀ ਬਲੱਡ ਦਿੰਦੇ ਹੈਗੇ ਹੈ, ਫ੍ਰੀ ਫਿਲਟਰਸ ਪ੍ਰੋਵਾਈਡ ਕਰਵਾਉਂਦੇ ਹੈਗੇ ਹੈ। ਮੈਂ ਅੱਜ ਕੱਲ੍ਹ ਦੀ ਯੂਥ ਨੂੰ ਇਹੀ ਅਪੀਲ ਕਰਾਂਗੀ ਕਿ ਉਹ ਵੱਧ ਤੋਂ ਵੱਧ ਜਿਹੜਾ ਵੈ ਜਿਸ ਤਰ੍ਹਾਂ ਵੀ ਆ ਉਹਨਾਂ ਆ ਕੇ ਬਹੁਤ ਅੱਗੇ ਆ ਕੇ ਆਪਣਾ ਬਲੱਡ ਜਿਹੜਾ ਉਹ ਡੋਨੇਟ ਕਰਨ ਤਾਂ ਕਿ ਸਾਡੇ ਵਰਗੇ ਬੱਚਿਆਂ ਨੂੰ ਜਿਹੜਾ ਬਲੱਡ ਮਿਲ ਸਕੇ। ਅੱਜ ਅਸੀਂ ਆਏ ਹਾਂ KVI ਬਲੱਡ ਬੈਂਕ, ਜਿਹਨਾਂ ਕਿ ਆਪਣੀ ਇੱਕ ਸੰਸਥਾ ਹੈਗੀ ਹੈ, ਡੋਨੇਸ਼ਨ ਕੈਂਪਸ ਵਗੈਰਾ ਲਗਾਉਂਦੇ ਰਹਿੰਦੇ ਹਨ ਔਰ ਉਹ ਬਲੱਡ ਅੱਗੇ ਦਿੰਦੇ ਹਨ ਜਿਹੜੇ ਵੀ ਨੀਡੀ ਲੋਕ ਹੁੰਦੇ ਨੇ। ਜਿਵੇਂ ਕਿ ਅਸੀਂ ਗੱਲ ਕਰਦੇ ਪਏ ਹਾਂ ਕਿ ਜ਼ਿਆਦਾਤਰ ਥੈਲੇਸੀਮੀਆ ਦੇ ਪੇਸ਼ੈਂਟਸ ਨੂੰ ਇਹ ਡੀਲ ਕਰਦੇ ਹਨ ਔਰ ਬਹੁਤ ਛੋਟੀ ਉਮਰ ਦੇ ਵਿੱਚ ਹੀ ਬੱਚਿਆਂ ਨੂੰ ਇਹ ਦਿੱਕਤ ਪਤਾ ਵੀ ਲੱਗ ਜਾਂਦੀ ਹੈ ਔਰ ਉਦੋਂ ਤੋਂ ਇਹਨਾਂ ਨੂੰ ਹਰ 15 ਦਿਨ ਬਾਅਦ ਜਾਂ 20 ਦਿਨ ਬਾਅਦ ਬਲੱਡ ਟ੍ਰਾਂਸਫਿਊਜ਼ਨ ਚਾਹੀਦਾ ਹੁੰਦਾ ਹੈ, ਜ਼ਰੂਰੀ ਹੁੰਦਾ ਇਹਨਾਂ ਦੀ ਲਾਈਫ ਵਾਸਤੇ। ਕਿ ਡੋਨੇਸ਼ਨ ਵਾਸਤੇ ਵੱਧ ਤੋਂ ਵੱਧ ਲੋਕ ਅੱਗੇ ਆਉਣ, ਯੂਥ ਹੋਵੇ ਜਾਂ ਕੋਈ ਵੀ ਜੋ ਕਿ ਬਲੱਡ ਡੋਨਰ ਹੈ ਔਰ ਡੋਨੇਟ ਕਰਨਾ ਚਾਹੁੰਦਾ ਹੈ, ਤਾਂ ਕਿ ਅਸੀਂ ਵਰਕਿੰਗ ਕਰ ਸਕੀਏ ਇਹ ਥੈਲੇਸੀਮੀਆ ਪੇਸ਼ੈਂਟਸ ਵਾਸਤੇ। ਚੰਗਾ ਕੌਜ਼ ਹੈ, ਨੋਬਲ ਕੌਜ਼ ਹੈ, ਬਾਕੀਆਂ ਨੂੰ ਅਸੀਂ ਦਿੰਦੇ ਹਾਂ ਅਤੇ ਘੱਟੋ ਘੱਟ ਥੈਲੇਸੀਮੀਆ ਪੇਸ਼ੈਂਟਸ ਵਾਸਤੇ ਖਾਸ ਧਿਆਨ ਰੱਖਦੇ ਹਾਂ ਅਸੀਂ ਆਪਣਾ ਬਲੱਡ ਡੋਨੇਟ ਕਰੀਏ। ਕੈਮਰਾ ਪਰਸਨ ਅਜੇ ਨਾਲ JP ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। ਸਰਦਾਰ ਐਕਸਕਲੂਸਿਵ ਹਾਲ ਬਾਜ਼ਾਰ ਦੇ ਅਮਰਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਨਵਪ੍ਰੀਤ ਸਿੰਘ ਦੇ ਗ੍ਰਹਿ 78 ਕੈਨੇਡੀ ਐਵਨਿਊ ਵਿਖੇ ਗੁਰੂ ਸਾਹਿਬ ਦੇ ਸ਼ੁਕਰਾਨੇ ਲਈ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਭਾਈ ਅੰਤਰਪ੍ਰੀਤ ਸਿੰਘ ਅਤੇ ਭਾਈ ਗਗਨਦੀਪ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਰਿੰਟੂ, ਕੌਂਸਲਰ ਵਿਕਾਸ ਸੋਨੀ, ਜ਼ਿਲ੍ਹਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ, DCP ਪਰਮੇਂਦਰ ਸਿੰਘ ਪੰਡਾਲ, ਤਜਿੰਦਰ ਸਿੰਘ ਗੋਕੀ, ਰਿਟਾਇਰਡ DETC ਹਰਿੰਦਰਪਾਲ ਸਿੰਘ, CA ਵਿਜੇ ਉਮਟ, ਕੌਂਸਲਰ ਪੂਨਮ ਉਮਟ, ਰਾਣਾ ਪਲਵਿੰਦਰ ਸਿੰਘ, ਰਾਜੇਂਦਰ ਸਿੰਘ ਮਰਵਾਸ ਸਮੇਤ ਕਈ ਲੋਕਾਂ ਨੇ ਹਾਜ਼ਰੀ ਭਰੀ।
7 ਮਾਰਚ ਦੀ ਸ਼ਾਮ ਨੂੰ ਸਿਹਤ ਵਿਭਾਗ ਵੱਲੋਂ ਮਿਲੀ ਸੂਚਨਾ ਮੁਤਾਬਿਕ ਨਵੇਂ ਕੋਵਿਡ ਕੇਸਾਂ ਦੀ ਗਿਣਤੀ ਰਹੀ 1 ਅਤੇ ਐਕਟਿਵ ਕੇਸਾਂ ਦੀ ਗਿਣਤੀ ਰਹੀ 22। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਇਤਿਹਾਸਿਕ ਗੁਰਦੁਆਰਾ ਬੋੜੀ ਸਾਹਿਬ ਦੇ ਸਾਲਾਨਾ ਹੋਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का एंट्री सिर्फ 5 रुपए से शुरू। Funland in your city, unlimited fun. तुझे देखा हुआ पागल पागल तेरी बॉडी जैसे पागल पागल पास आ जाने जा पन मेरी यामाहा let me hit the throttle let me make you move let me make you move come back boy baby banda thoda crack jaan leva reza mera swag let me make you move let me make you move जान लेवा रेजर मेरा स्वैग है। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਟਪਈ ਰੋਡ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਸਵਿੰਦਰ ਸਿੰਘ ਸੰਧੂ ਵੱਲੋਂ ਦਿੱਤੀ ਗਈ, ਜਿਸ ਦੌਰਾਨ ਉਹਨਾਂ ਆਖਿਆ ਕਿ 83ਵੇਂ ਵਿਸ਼ਾਲ ਹੋਲਾ ਮਹੱਲਾ 16, 17, 18 ਤੇ 19 ਮਾਰਚ ਦਿਨ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ 10 ਮਾਰਚ ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 13 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਬੋੜੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਏਗਾ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲਾ ਕਰਨ। इस मौके सीनियर मीत प्रधान हरभजन सिंह, मीत प्रधान अवतार सिंह, जनरल सकत्तर कुलवंत सिंह सरकारिया, सकत्तर परमिंदर सिंह संधू, मेजर सिंह सरकारिया, प्रचार सकत्तर दविंदर सिंह संधू, खजांची मनजीत सिंह, स्टोर कीपर सुरजन सिंह समेत वड्डी गिनती विच मैंबर मौजूद सन। गुरुद्वारा बोड़ी साहिब विखे हर साल होला महल्ला मनाया जाता है और इस बार 9-10 तरीक नूं ਵਾਲੀਬਾਲ ਦੇ ਟੂਰਨਾਮੈਂਟ ਕਰਾਏ ਜਾਣਗੇ, ਜਿਸ ਦੇ ਵਿੱਚ ਪੰਜਾਬ ਦੀਆਂ ਨਾਮਵਾਰ ਟੀਮਾਂ ਜਿਹੜੀਆਂ ਉਹ ਹਿੱਸਾ ਲੈਣਗੀਆਂ ਔਰ ਇਸ ਦੇ ਦੌਰਾਨ 10 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕੀਤੇ ਜਾਣਗੇ ਔਰ 50 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਹੈ ਉਸ ਦੀ ਰਮਤਾ ਹੋਵੇਗੀ ਔਰ ਇਹ ਨਿਰੰਤਰ 20 ਮਾਰਚ ਤੱਕ ਸ੍ਰੀ ਅਖੰਡ ਪਾਠ ਸਾਹਿਬ ਚੱਲਣਗੇ ਔਰ 250 ਸ੍ਰੀ ਅਖੰਡ ਪਾਠ ਜਿਹੜੇ ਹੈ ਉਹ 20 ਤਰੀਕ ਤੱਕ ਸੰਪੂਰਨ ਹੋਣਗੇ ਔਰ ਇਸ ਦੇ ਦੌਰਾਨ 13 ਮਾਰਚ ਨੂੰ ਨਗਰ ਕੀਰਤਨ ਗੁਰਦੁਆਰਾ ਬੋੜੀ ਸਾਹਿਬ ਤੋਂ ਆਰੰਭ ਹੋਵੇਗਾ, ਜਿਹੜਾ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰੂ ਮਹਾਰਾਜ ਦਾ ਸੰਦੇਸ਼ ਦਿੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਬੋੜੀ ਸਾਹਿਬ ਵਿਖੇ ਸਮਾਪਤ ਹੋਵੇਗਾ ਔਰ 16, 17, 18, 19 ਮਾਰਚ ਨੂੰ ਭਾਰੀ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰਜਾਤ ਸੁਣਾ ਕੇ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕਰਨਗੇ ਔਰ 20 ਤਰੀਕ ਨੂੰ ਬੱਚਿਆਂ ਦੇ ਦਸਤਾਰ ਕਰਾਏ ਜਾਣਗੇ, ਜਿਨ੍ਹਾਂ 'ਚ ਵੱਖ-ਵੱਖ ਉਮਰ ਦੇ ਬੱਚੇ ਜਿਹੜੇ ਹੈ ਉਹ ਪਾਰਟੀਸਪੇਟ ਕਰਨਗੇ ਔਰ ਪਹਿਲੇ ਦੂਜੇ ਤੀਜੇ
ਦਰਜੇ ਤੇ ਆਉਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਜਿੰਨੇ ਵੀ ਬੱਚੇ ਇਸ ਵਿੱਚ ਪਾਰਟਿਸਿਪੇਟ ਕਰਨਗੇ ਸਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਵਿਸ਼ੇਸ਼ ਸਨਮਾਨ ਦੇ ਨਾਲ ਸਨਮਾਨਿਆ ਜਾਏਗਾ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਗੁਰਸਿੱਖੀ ਨਾਲ ਜੁੜੇ ਤਰ੍ਹਾਂ ਦੇ ਦਸਤਾਰ ਸਜਾਵੇ। ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਖਰੀ ਪਛਾਣ ਦਿੱਤੀ ਹੈ ਅਸੀਂ ਉਸ ਪਛਾਣ ਨੂੰ ਬਰਕਰਾਰ ਰੱਖੀਏ। ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਵਿਖੇ ਜਿੱਥੇ ਕਿ 83ਵਾਂ ਹੋਲਾ ਮਹੱਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਜਿਹਦੇ ਸਬੰਧ ਦੇ ਵਿੱਚ ਜਿਸ ਦੀ ਜਾਣਕਾਰੀ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਸਵਿੰਦਰ ਸਿੰਘ ਹਰਾਂ ਵੱਲੋਂ ਤੇ ਵੱਡੀ ਗਿਣਤੀ 'ਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ। ਤੇ ਜੇ ਗੱਲ ਕਰ ਲਈਏ ਇਸ ਗੁਰਦੁਆਰੇ ਦੀ ਤੇ ਬੜਾ ਇਤਿਹਾਸਕ ਤੇ ਪੁਰਾਤਨ ਗੁਰਦੁਆਰਾ ਹੈਗਾ, ਬੜਾ ਹੀ ਇਤਿਹਾਸਕ ਗੁਰਦੁਆਰਾ ਤੇ ਲੋਕ ਜਾਂ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਕੇ ਜਿਸ ਤਰ੍ਹਾਂ ਦੀ ਮੁਰਾਦ ਲੈ ਕੇ ਆਉਂਦੀਆਂ ਨੇ ਉੱਦਾਂ ਦਾ ਇੱਥੋਂ ਫਲ ਪਾ ਕੇ ਜਾਂਦੀਆਂ ਨੇ। ਬੜਾ ਸੱਚਾ ਤੇ ਸੁੱਚਾ ਇਹ ਗੁਰਦੁਆਰਾ ਜਿਹੜਾ ਦਰਬਾਰ ਹੈ ਬਾਬਾ ਜੀ ਦਾ ਤੇ ਇਤਿਹਾਸਕ ਦਰਬਾਰ ਆ ਤੇ ਲੋਕ ਇੱਥੇ ਹੁਮ-ਹੁਮਾ ਕੇ ਪਹੁੰਚਣ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ। ਰਣਜੀਤ ਐਵੀਨਿਊ A ਬਲਾਕ ਮਾਰਕੀਟ ਵਿਖੇ IV ਮੈਡੀ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਸੈਂਟਰ ਦੀ ਸ਼ੁਰੂਆਤ ਕੀਤੀ। ਇੱਥੇ ਲੋਕਾਂ ਲਈ ਪ੍ਰਮੁੱਖ ਸੁਪਰ ਸਪੈਸ਼ਲਿਟੀ OPD ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਚੇਅਰਮੈਨ ਗੁਰਤੇਜ ਸਿੰਘ, MD ਡਾਕਟਰ ਕਵਲਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸੇਵਾ ਦਾ ਲਾਭ ਲੈਣ। ਜਿਹੜੇ ਹੈਲਥ ਸਰਵਿਸਿਜ਼ ਹੁੰਦੀਆਂ ਉਹਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਕਿ ਡੋਰ ਸਟੈਪ ਦੇ ਉੱਤੇ ਜਿਹੜੇ ਪਬਲਿਕ ਆ ਜਿਹੜੀ ਉਹਨੂੰ ਹੈਲਥ ਸਰਵਿਸ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਜਿਹੜੀ ਜ਼ਰੂਰ ਦਿੱਤੀ ਜਾਵੇ। ਸੋ ਉਹਦਾ ਹੀ ਇੱਕ ਉਪਰਾਲਾ ਹੈ ਔਰ ਬਹੁਤ ਅੱਛਾ ਉਪਰਾਲਾ ਹੈ। ਉਹਨਾਂ ਨੂੰ ਆਪਣੇ ਡੋਰ ਸਟੈਪ ਤੇ ਮਿਲੇਗੀ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਡਾਕਟਰ ਇੱਥੇ ਪੇਸ਼ੈਂਟਸ ਨੂੰ ਦੇਖਣਗੇ ਔਰ ਉਸ ਤੋਂ ਬਾਅਦ ਜੇ ਕਿਸੇ ਨੂੰ ਅੱਗੇ ਸੈਕੰਡਰੀ ਜਾਂ ਟਰਸ਼ਰੀ ਕੇਅਰ ਦੀ ਜ਼ਰੂਰਤ ਹੋਏਗੀ ਤਾਂ ਫਿਰ ਉਹਨੂੰ ਰੈਫਰ ਕੀਤਾ ਜਾ ਸਕਦਾ। ਆਈ ਵੁੱਡ ਸੇ ਕਿ ਬਹੁਤ ਅੱਛਾ ਉਪਰਾਲਾ ਹੈ। ਹੋਰ ਵੀ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ OPD सेंटर्स खोल के करने चाहिए। देखिए ये जो हमारा OPD सेंटर है इसमें हम जो हमारे आम पेशेंट हैं जो भी हमारे कस्टमर हैं इनको हम सब किस्म की सुपर स्पेशलिटी OPD सर्विसेज हम अवेल कराएंगे। किसी की सर्विसेज ऐसी होती हैं जो सवेरे 9 बजे जाते हैं और शाम के 6 बजे ऑफिस से आते हैं तो उनके पास में कंसल्टेंट के पास से मिलने का समय नहीं होता। उनके लिए सर्विसेज हम यहाँ पे OPD में प्रोवाइड करेंगे ताकि वो रात के 9 बजे तक देख सकें और एवरी संडे हम यहाँ पे फ्री OPD करेंगे। कैनरा बैंक रीजनल दफ्तर वालों लोन मेला लगाया गया। DGM सर्कल ऑफिस शैलेंद्र नाथ सेठ ने मेले की शुरुआत की थी। रीजनल हेड JP पनग्राही, DM DR शारदा, SK गर्ग समेत कई अधिकारी मौजूद सन। कैनरा बैंक अमंग द PSB थर्ड लार्जेस्ट बैंक है और ये हम समय समय पर अपना जो हमारे जो प्रोजेक्ट्स है उसका मतलब लोगों में जागरूकता के लिए इसको हम लोग लाते रहते हैं। जो हमारे रिटेल प्रोजेक्ट है, जो हमारे MSME के प्रोजेक्ट्स है, जो हमारे गोल्ड लोन के प्रोजेक्ट्स हैं उसके बारे में लोगों में लाने के लिए हमारे जो कस्टमर गण रहते हैं उनको हम लोग अपना फेयर करते हैं और उनसे एक्सपेक्ट करते हैं वो अपना फीडबैक दे और हम लोग कैसा कर रहे हैं और फ्यूचर में और क्या बेहतर उन लोग चाहिए होता है इसके बारे में हमारा ये समय समय पर कैंप के द्वारा समय समय पर कार्निवल के द्वारा हम लोग ये सब करते हैं। लालची एजेंटा वालों विखाए गए सब्ज बाग कारण दुबई विच दर-दर दियां ठोकरां खाण लई मजबूर होए। गुरदासपुर जिले नाल संबंधित एक नौजवान हरप्रीत सिंह दी माली मदद करके सरबत दा भला चैरिटेबल ट्रस्ट के मुखी डॉक्टर SPS ओबराय वालों उस नौजवान नूं दुबई तो वापस अपने खर्चे ते वतन भेजिया गया, जिस दौरान उस नौजवान नूं मुल्क परतन ते राजा सांसी हवाई अड्डे ते परिवार वालों अते ट्रस्ट के अहुदेदार नवजीत सिंह कई वालों स्वागत किया गया। ਇੱਥੇ ਅੱਜ ਇੱਕ ਨੌਜਵਾਨ ਦੁਬਈ ਤੋਂ ਹਰਪ੍ਰੀਤ ਸਿੰਘ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਉਹ ਸਮਾਂ ਪਹਿਲਾਂ ਇਹਨੂੰ ਇਹ ਏਜੰਟਾਂ ਦੇ ਚੱਕਰ 'ਚ ਆ ਕੇ ਦੁਬਈ ਗਿਆ ਸੀ। ਉੱਥੇ ਜਾ ਕੇ ਕੰਪਨੀ ਵੀ ਜਿਹਨੇ ਵੀ ਇਹਨੂੰ ਕੱਢ ਦਿੱਤਾ ਤੇ ਬਿਲਕੁਲ ਸੜਕ 'ਤੇ ਆ ਗਿਆ ਸੀ। ਬੜੇ ਦਿਨ ਭੁੱਖਾ ਭਾਣਾ ਗਿਰਿਆ। ਫਿਰ ਇਹਨੇ ਡਾਕਟਰ SP ਸਿੰਘ ਅਬਰਾਈ ਜੀ ਨਾਲ ਕੰਟੈਕਟ ਦਾ ਹੋਇਆ ਸਾਡੀ ਟੀਮ ਦੇ ਨਾਲ ਤੇ ਅੱਜ ਉੱਧਰੋਂ ਟਿਕਟ ਕਰਵਾ ਕੇ ਇਹਨੂੰ ਵਾਪਸ ਇਹਦੇ ਘਰ ਜਿਹੜਾ ਪਹੁੰਚਾਇਆ ਗਿਆ। ਸਾਡੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਦਫ਼ਤਰ ਜਿਹੜੇ ਬਣੇ ਹੋਏ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ, ਤੁਸੀਂ ਉੱਥੇ ਕੰਟੈਕਟ ਕਰੋ। श्री मुक्ति नारायण धाम वेंकटेश मंदिर तिरुपति बालाजी ग्रीनफील्ड विखे 13वां ब्रह्मोत्सव 2 ਤੋਂ 9 मार्च तक हो रहा है। इस संबंध में 6 मार्च ਨੂੰ कल्याण उत्सव का आयोजन किया गया,
इस मौके ते संकीर्तन किया गया। समागम दौरान सुनील उप्पल, चरणजीत अग्निहोत्री, चरणजीत भास्कर, कृष्ण देव, भारत भूषण गुप्ता, सुभाष शर्मा समेत कई लोग मौजूद सन। केंद्र सरकार ਵੱਲੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਹਿੱਸੇਦਾਰੀ ਖਤਮ ਕਰਨ ਅਤੇ ਡੈਮ ਦੀ ਸੁਰੱਖਿਆ ਹੁਣ ਪੰਜਾਬ ਦੀ ਸਿਕਿਉਰਿਟੀ ਹਟਾਉਣ ਦੇ ਫੈਸਲੇ ਵਿਰੁੱਧ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਅਜਨਾਲਾ ਦੇ ਨੇੜੇ ਜੋਨਸ ਮੁਹਾਰ ਵਿਖੇ ਵਿਸ਼ਾਲ ਰਾਜਨੀਤਿਕ ਕਨਵੈਨਸ਼ਨ ਆਯੋਜਿਤ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਨੇ ਹਿੱਸਾ ਲਿਆ। ਇਸ ਕਨਵੈਨਸ਼ਨ ਨੂੰ ਸ਼ੀਤਲ ਸਿੰਘ ਤਲਵੰਡੀ, ਸਵਿੰਦਰ ਸਿੰਘ, ਗੁਰਨਾਮ ਸਿੰਘ, ਬਾਬਾ ਅਰਜਨ ਸਿੰਘ, ਹਰਭਜਨ ਸਿੰਘ ਅਤੇ ਟਹਿਲ ਸਿੰਘ ਚੇਤਨਪੁਰਾ ਨੇ ਸੰਬੋਧਨ ਕੀਤਾ। ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਡੀਸੀ ਦਫ਼ਤਰਾਂ ਦੇ ਸਾਹਮਣੇ ਲੋਕੀ 2.5 ਘੰਟੇ ਦਾ ਧਰਨਾ ਲਾਉਣਗੇ, ਜਿੱਥੇ ਮੰਗ ਪੱਤਰ ਵੀ ਦਿੱਤੇ ਜਾਣਗੇ, ਜਿੱਥੇ ਆਵਾਜ਼ ਬੁਲੰਦ ਕੀਤੀ ਜਾਊ, ਜਿੱਥੇ ਇਕਜੁੱਟਤਾ ਬਣਾਈ ਜਾਊਗੀ। ਆर्य समाज मंदिर लारेंस रोड विखे प्रधान डॉक्टर ऐश्वर्या मेहरा की प्रधानगी हेठ ऋषि बदोत्सव धूमधाम नाल मनाया गया। पंडित पवन त्रिपाठी ने हवन यज्ञ किया ਅਤੇ अजय आर्या ने भजन गायन किया। इस मौके ते सवराज ग्रोवर, दमन शर्मा, राकेश मेहरा, मधु महाजन, प्रिंसिपल श्रुति महाजन, मनीष महाजन समेत कई लोग मौजूद सन। स्वामी दयानंद जी भी शिव को खोजने के लिए एक शांत पर्वत की किसी और उस परमपिता परमेश्वर का ध्यान करवाए में अमृत करके अर्थात कल्याण की भावना इदम राष्ट्रीय इदम नमः। महाशिवरात्रि के संबंध में कटरा शेर सिंह दवाइयां वाली मार्केट विखे स्वर्गवासी मनोहर लाल के परिवार वालों लंगर लगाया गया। इस मौके गौतम महाजन, चेतन महाजन, सुरेंद्र शर्मा, शिवम महाजन, सूरज बाबा, कमल महाजन, अवतार खरबंदा वालों लंगर की सेवा की गई ਅਤੇ सब शहर वासियों ਨੂੰ ਭੋਲੇ बाबा जी के दिहाड़े की बधाई दी गई। ਵੱਡੀ ਗਿਣਤੀ ਵਿੱਚ लोग मौजूद सन। महाशिवरात्रि के मौके ते बसंत एवेन्यू मार्केट एसोसिएशन वालों लंगर लगाया गया। प्रधान बिल्लू दत्ता, रिंकू शर्मा, श्याम कपूर, अश्विनी समेत कई लोग मौजूद सन। महाशिवरात्रि के संबंध में शर्मा परिवार वालों बांसा वाले बाजार, रामबाग विखे लंगर लगाया गया। इस मौके समाज सेवक भुपेंद्र सिंह, सोनू, रिंकू, जुगनू पट्टी, टोनी गिल वालों पहुंच के लंगर की सेवा की गई। ਵੱਡੀ ਗਿਣਤੀ ਵਿੱਚ लोग मौजूद सन। मां के लाडले सेवा सोसाइटी वालों पहला सालाना भगवती जागरण बाजार बाबिया खूह सुनियारिया विखे करवाया गया। प्रसिद्ध जागरण मंडलियां ने भगवती गुणगान किया। इस मौके ते प्रधान सनी वेगल, मीत प्रधान मयंक शर्मा, वरुण, अतुल ਅਤੇ रोहित समेत कई लोग मौजूद सन। श्री श्री 108 श्री गुरु भगत राम भगत जी सतनौर वालियां दा सालाना झंडा अमृतसर पुजा तां श्री गुरु विजय भगत जी वालों संकीर्तन किया गया। भगत सन्नी दानव, महंत शीशानाथ, राजकुमार डोगरा, सोमी पट्टी, नरेंद्र गोल्डी, सन्नी गिल समेत कई लोग मौजूद सन। महाशिवरात्रि के मौके दुकान नंबर 17 वल्ला विखे लंगर लगाया गया। संजय अरोड़ा, पंकज कुमार, गोमसी अरोड़ा समेत कई लोगों ने लंगर की सेवा निभाई।
आखिर ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। सांसद गुरजीत सिंह औजला ने यूक्रेन ਅਤੇ ਪੋਲੈਂਡ ਦੇ ਬਾਰਡਰ ਤੇ ਭਾਰਤੀ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ। ਵੋਟਾਂ ਦੀ ਗਿਣਤੀ ਨੂੰ ਲੈ ਕੇ ਗਿਣਤੀ ਕੇਂਦਰਾਂ ਤੇ ਕੀਤੇ ਗਏ ਹਨ ਕੜੇ ਸੁਰੱਖਿਆ ਪ੍ਰਬੰਧ, ਆਖਿਆ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ। दस मार्च ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਪ੍ਰਬੰਧ ਮੁਕੰਮਲ, ਆਖਿਆ ਆਰਓ ਕਮ ਐਸਟੀਐਮ ਅੰਮ੍ਰਿਤਸਰ 2 ਰਾਜੇਸ਼ ਸ਼ਰਮਾ ਨੇ। ਇਹ ਸਨ ਅੱਜ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।